नहमदुहु व नुसल्ली अला रसूलिहिल करीम अम्मा बादहु फ़ाऊज़ बिल्लाहि मिनश शैतानिर रजीम बिस्मिल्लाहिर रहमानिर रहीम। मैं उम्मीद करना मेरे सारे भरा खैर खरीत नाल होणगे। अच्छा यार, अज जिहड़ा मैं तुहाडे अगे नुस्खा जिहड़ा मैं अज तुहाडे अगे बयान करन लगा ना, मैं ज़ाती तौर ते इहदे ते बड़ी मेहनत कीती है ते मैं ईरान दे विचों तकरीबन अद्ध पा यानी 125 ग्राम हीरे दा खड़ मंगाया ही, जेड़ा यानी कि खड़ चावल तो थोड़ा जिहा, कोई चावल दे बराबर ला लो, कोई चावल नालों थोड़ा जिहा मोटा ला लो, यानी मोटी चीनी दे बराबर तुसीं कर सकदे हो। इस साइज़ दा खड़ मेरे कोल आया ही, सरमई रंग दा ही, यानी कि स्याही मायल सब्ज़ रंग जेह्ड़ा हुंदा। ते मैं ओहदे ते मुख्तलिफ तजर्बे जेह्ड़े ने ओह् मैं कीते। पहिलां ते मैं ओनू डायरैक्ट कुश्ता करन दी कोशिश करदा रेहा, लेकिन मैं कुश्ता करन विच ना ओनू नाकाम रेहा। मैं ओह् सज्जे खब्बे बूटियां ला के ना ते भट्ठे दियां अग्गां विच भी ओनू मैं दित्ता, लेकिन ਜਦੋਂ मैं ਉਹਨੂੰ ਕੱਢਦਾ ਰਿਹਾ ਭੱਠੇ ਦੀ ਅੱਗ 'ਚ ਤੇ ਉਹ ਸਿਰੋਂ ਕੀ ਚਮਕਦਾਰ ਹੀ ਬਾਹਰ ਮੈਨੂੰ ਮੁਯੱਸਰ ਹੁੰਦਾ ਰਿਹਾ। ਫਿਰ ਇਹਨਾਂ ਤਜਰਬਿਆਂ ਤੋਂ ਕਰਦਿਆਂ ਨਾ ਮੈਂ ਇਹ ਚੀਜ਼ ਸੋਚੀ ਕਿ ਇਹਦੇ ਅੰਦਰ ਜਿਹੜਾ ਪੱਥਰ ਹੈ ਨਾ, ਉਹ ਕਿਸੇ ਚੀਜ਼ ਨੂੰ ਅੰਦਰ ਗਵਾਸ ਹੀ ਨਹੀਂ ਕਰਨ ਦਿੰਦਾ ਤੇ ਇਹਨੇ ਕੁਛ ਤਾਂ ਕਿਹਾ ਹੋਣਾ। ਮੈਂ ਫਿਰ ਉਹਦਾ ਇੱਕ ਨਾ ਪ੍ਰੋਪਰ ਹੱਲ ਜਿਹੜਾ ਉਹ ਢੂੰਡਿਆ ਕਿ ਮੈਂ ਹੀਰੇ ਦਾ ਜਿਹੜਾ ਮੈਟਲ ਹੈ ਨਾ, ਉਹਨੂੰ ਕਾਰਬਨ ਕਹਿ ਲਓ, ਉਹਨੂੰ ਪਾਰਾ ਕਹਿ ਲਓ, ਮੈਂ ਤਾਂ ਉਹਨੂੰ ਪਾਰਾ ਕਹਾਂਗਾ। ਮੈਂ ਉਹ ਜਿਹੜਾ ਨਾ ਲਹਿਦਾ ਕਰਨ ਵਿੱਚ ਕਾਮਯਾਬ ਹੋ ਗਿਆ। ਮੈਂ ਬੜੀ ਮਿਹਨਤ ਇਹਦੇ 'ਤੇ ਕੀਤੀ ਹੈ, ਤਕਰੀਬਨ 2-3 ਸਾਲ ਦੀ ਮਿਹਨਤ ਤੋਂ ਬਾਅਦ ਦੇ ਵਿੱਚ ਮੈਂ ਇਸ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋਇਆ। ਮੇਰੇ ਕੋਲ ਅੱਜ ਵੀ ਤਕਰੀਬਨ ਮੈਟਲ ਜਿਹੜਾ ਕੱਢਿਆ ਨਾ 2 ਤੋਂ 2.5 ਤੋਲੇ ਦੇ ਦਰਮਿਆਨ ਮੇਰੇ ਕੋਲ ਮੈਟਲ ਹੈ। ਉਹਦੀ ਨਵੀਅਤ ਕੁਸ਼ਤਾ ਕਰਨ ਦੀ ਇਹ ਵੇ ਕਿ ਸ਼ੋਰਾ ਪਿਘਲਾ ਕੇ ਨਾ, ਜਿਸ ਵੇਲੇ ਸ਼ੋਰਾ ਪਿਘਲ ਜੇ ਨਾ ਤੇ ਉਹ ਦਾਣੇ ਚੁੱਕ ਕੇ ਮੈਟਲ ਦੇ ਸ਼ੋਰੇ ਵਿੱਚ ਸੁੱਟ ਦਈਏ ਨਾ ਤੇ ਫੁੱਲ ਕੇ ਕੁਸ਼ਤਾ ਹੋਣਾ ਸ਼ੁਰੂ ਹੋ ਜਾਂਦਾ ਉੱਥੇ। ਯਾਨੀ ਇਹਦੇ ਤੋਂ ਤੁਸੀਂ ਇਹ ਅੰਦਾਜ਼ਾ ਲੈ ਸਕਦੇ ਹੋ ਕਿ ਕਿਸੇ ਵੀ ਚੀਜ਼ ਦੇ ਅੰਦਰ ਤੁਸੀਂ ਰੱਖੋਗੇ ਨੇ ਇਹਨੂੰ, ਹੱਤਾ ਕਿ ਇੱਥੋਂ ਤੱਕ ਕਿੱਕਰ ਦੇ ਲੁੰਗਾਂ ਦੇ ਵਿੱਚ ਰੱਖ ਕੇ ਤੁਸੀਂ ਅੱਗ ਦੇ ਦਿਓਗੇ ਤੇ ਹੀਰਾ ਤੁਹਾਡਾ ਕੁਸ਼ਤਾ ਨਿਕਲੇਗਾ, ਫੁੱਲ ਕੇ ਕੁਸ਼ਤਾ ਹੋਇਆ ਹੋਏਗਾ। ਬਾਕੀ ਹੀਰੇ ਦੇ ਜਿਹੜੇ ਅਕਸੀਰੀ ਅਮਾਲ ਨੇ ਉਹ ਸਾਰੀ ਦੁਨੀਆ ਹੀ ਜਾਣਦੀ ਹੈ ਕਿ ਹੀਰੇ ਤੋਂ ਕੀਮੀਆਂ ਵੀ ਲੋਕ ਕਰਦੇ ਨੇ, ਹੀਰੇ ਤੋਂ ਨਸੂਰ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾਂਦਾ। ਮੈਂ ਤੈਨੂੰ ਲੱਗਾ ਵਾਂ ਨੁਕਸਾ ਦੇਣ ਹੀਰੇ ਦੇ ਅੰਦਰੋਂ ਮੈਟਲ ਕੱਢਣ। YouTube ਦੇ ਉੱਤੇ ਮੈਂ ਨਹੀਂ ਅੱਗੇ ਸੁਣਿਆ, ਹੋ ਸਕਦਾ ਮੇਰਾ ਭਰਾ ਬੜੇ ਬੜੇ ਫਨਕਾਰ ਪਏ ਨੇ ਦੁਨੀਆ ਦੇ ਉੱਤੇ, ਲੇਕਿਨ ਮੈਂ ਇਸ ਤੋਂ ਅੱਗੇ ਜਿਹੜਾ ਨਾ ਇਹ ਨੁਸਖਾ ਨਹੀਂ ਸੁਣਿਆ। ਸਾਰਾ ਨੁਸਖਾ ਜਿਹੜਾ ਉਹ ਮੈਂ ਯਾਨੀ ਕਿ ਇਕੱਠਾ ਰਿਕਾਰਡ ਕੋਈ ਨਹੀਂ ਹੋਣਾ, ਕਿਸ਼ਤਾਂ ਵਿੱਚ ਤੁਹਾਨੂੰ ਮੈਂ ਕਲੀਅਰ ਕਰ ਦਿਆਂਗਾ, ਕਿਉਂਕਿ ਪ੍ਰੋਸੈਸ ਥੋੜ੍ਹਾ ਜਿਹਾ ਲੰਮਾ ਅਤੇ ਹਾਂ ਇੱਕ ਗੱਲ ਦੀ ਗਰੰਟੀ ਕਰਨਾ ਵਾ, ਅਗਰ ਕੋਈ ਮੇਰਾ ਭਰਾ ਕਰੇਗਾ ਅਤੇ ਇਨਸ਼ਾਅੱਲਾ ਉਹਦਾ ਮੈਟਲ ਜਿਹੜਾ ਨਾ ਉਹ ਬਿਲਕੁਲ ਕਲੀਅਰ ਹੋਏਗਾ, ਨਿਕਲੇਗਾ। ਜਿਸ ਵੇਲੇ ਮੈਟਲ ਨਿਕਲ ਜਾਏ ਨਾ, ਫਿਰ ਭਾਵੇਂ ਉਹਨੂੰ ਤਾਂਬੇ ਨਾਲ ਮਿਕਸ ਕਰਕੇ ਤੁਸੀਂ ਕੁਸ਼ਤਾ ਕਰ ਲਓ, ਭਾਵੇਂ ਤੁਸੀਂ ਉਹਨੂੰ ਸੋਨੇ ਨਾਲ ਮਿਕਸ ਕਰਕੇ ਕੁਸ਼ਤਾ ਕਰ ਲਓ। ਮੈਂ ਇਹਨੂੰ ਯਾਨੀ ਕੁਸ਼ਤਾ ਨਹੀਂ ਕੀਤਾ, ਮੇਰੇ ਕੋਲ ਪਿਆ, ਜ਼ਰੂਰਤ ਪੇਸ਼ ਨਹੀਂ ਆਈ। ਹਾਂ ਮੈਂ ਇਹਦੇ ਕੁਸ਼ਤਾ ਕਰਨ ਦਾ ਤਜਰਬਾ ਕੀਤਾ ਕਿ ਮਸਲਨ ਸ਼ੋਰੇ ਵਿੱਚ ਪਿਘਲਾ ਕੇ ਮਾਰਿਆ, ਕੁਸ਼ਤਾ ਹੋ ਗਿਆ, ਫਿਰ ਮੈਂ ਇਹਨੂੰ ਤਾਂਬੇ ਵਿੱਚ ਮਾਰਿਆ ਸੀ, ਤਾਂਬੇ ਨੂੰ ਇਹਨੇ ਕੁਸ਼ਤਾ ਕਰਨਾ ਸ਼ੁਰੂ ਕਰ ਦਿੱਤਾ ਸੀ, ਤਾਂਬਾ ਯਾਨੀ ਕਿ ਫੁੱਲਣਾ ਸ਼ੁਰੂ ਹੋ ਗਿਆ ਸੀ। ਅਤੇ ਮੈਂ ਉਹਨੂੰ ਫਿਰ ਚੁੱਕ ਕੇ ਨਾ ਤੇਜ਼ਾਬ ਦੇ ਅੰਦਰ ਸੁੱਟਿਆ, ਹੀਰਾ ਜਿੰਨਾ ਵੀ ਹੈ ਸੀ ਸਾਰਾ ਤੇਜ਼ਾਬ ਦੇ ਵਿੱਚ ਥੱਲੇ ਬਹਿ ਗਿਆ, ਸੁਰਖੀ ਮਾਇਲ ਥੱਲੇ ਬਹਿ ਗਿਆ, ਯਾਨੀ ਤਾਂਬੇ ਦਾ ਇਹਨੇ ਕੋ ਆਪਣੇ ਅੰਦਰ ਨਾ ਰੰਗ ਲਿਆ ਇਸ ਮੈਟਲ ਨੇ। ਅਤੇ ਗਾਲ ਇਹਦਾ ਬਿਲਕੁਲ ਨਰਮ ਹੁੰਦਾ, ਜਿਸ ਵੇਲੇ ਮੁਸੱਫਾ ਹੋ ਜਾਂਦਾ ਨਾ ਮੈਟਲ ਬਾਹਰ ਨਿਕਲ ਆਉਂਦਾ, ਅਤੇ ਕਲੀ ਦੇ ਗਾਲ 'ਤੇ ਇਹਦਾ ਗਾਲ ਹੁੰਦਾ। ਹੁਣ ਜਿਸ ਚੀਜ਼ ਦਾ ਕਲੀ ਦੇ ਗਾਲ 'ਤੇ ਗਾਲ ਹੋਏ ਫਿਰ ਉਹਨੂੰ ਕੁਸ਼ਤਾ ਕਰਨਾ ਤਾਂ ਔਖਾ ਕੋਈ ਨਹੀਂ ਹੈ, ਕਿਉਂਕਿ ਕਿਸੇ ਵੀ ਦਵਾਈ ਦੇ ਤੁਸੀਂ ਅੰਦਰ ਰੱਖੋਗੇ ਤਾਂ ਦਵਾਈ ਉਹਦੇ ਅੰਦਰ ਸਰਾਇਤ ਕਰਨ ਦੀ ਸਲਾਹੀਅਤ ਜਿਹੜੀ ਉਹ ਰੱਖੇਗੀ। ਇਹ ਕੁਸ਼ਤਾ ਤਾਂ ਹੀ ਨਹੀਂ ਹੁੰਦਾ ਕਿ ਇਹਦੇ ਅੰਦਰ ਚੀਜ਼ ਥੋੜ੍ਹੀ ਕੀਤਿਆਂ ਨਹੀਂ ਜਾਂਦੀ। ਅਗਰ ਜੇ ਇਹਨੂੰ ਕੋਈ ਚੀਜ਼ ਕੁਸ਼ਤਾ ਕਰਦੀ ਹੈ ਅਤੇ ਉਹ ਇਹ ਯਾਨੀ ਕਿ ਮੈਟਲ ਅਜ਼ਾਫੀ ਇਹਨੂੰ ਮੈਟਲ ਦਿੱਤਾ ਜਾਂਦਾ, ਜਿਵੇਂ ਕਿ ਪਾਰਾ ਲਾ ਲਓ ਕੈਮਲ ਨਾਲ ਜਿਹੜੇ ਬੰਦੇ ਕਰ ਲੈਂਦੇ ਨੇ, ਅਤੇ ਉਹ ਮੈਟਲ ਜਿਸ ਵੇਲੇ ਇਹਦੇ ਅੰਦਰ ਜਾਂਦਾ ਅਤੇ ਫਿਰ ਇਹਦੇ ਅੰਦਰ ਜਗ੍ਹਾ ਬਣ ਜਾਂਦੀ ਹੈ, ਯਾਨੀ ਇਜ਼ਾਫੀ ਮੈਟਲ ਜਾਂਦਾ ਅਤੇ ਫਿਰ ਇਹਦੇ ਅੰਦਰ ਨਰਮਾਈ ਆ ਜਾਂਦੀ ਹੈ, ਅਤੇ ਕਿਸੇ ਵੀ ਚੀਜ਼ 'ਚ ਰੱਖੋ ਚੀਜ਼ ਇਹਦੇ ਅੰਦਰ ਸਰਾਇਤ ਕਰਕੇ ਇਹਨੂੰ ਕੁਸ਼ਤਾ ਕਰ ਦਿੰਦੀ। ਲਿਹਾਜ਼ਾ ਇਹ ਬਿਹਤਰੀਨ ਤਰੀਕੇਕਾਰ ਹੈ। ਜਿਹੜੇ ਮੇਰੇ ਭਰਾ ਹੀਰਾ ਕੁਸ਼ਤਾ ਕਰਨ ਦੇ ਸ਼ੌਕੀਨ ਨੇ ਜਾਂ ਕੁਸ਼ਤਾ ਕਰਨਾ ਚਾਹੁੰਦੇ ਨੇ ਅਤੇ ਫਿਰ ਐਸ ਰੁੱਖ ਅੰਨੀਆਂ ਟੱਕਰਾਂ ਮਾਰਨ ਦਾ ਫਾਇਦਾ ਕੋਈ ਨਹੀਂ ਹੈ। ਤੁਸੀਂ ਚੁੱਪ ਕਰਕੇ ਉਹਦਾ ਮੈਟਲ ਕੱਢੋ, ਮੈਟਲ ਕੱਢ ਕੇ ਅਤੇ ਜਨਾਬ ਉਹਨੂੰ ਫਿਰ ਆਪਣੀ ਹਸਬੇ ਤਮੰਨਾ ਤੁਸੀਂ ਕੁਸ਼ਤਾ ਜਿਹੜਾ ਨਾ ਉਹ ਕਰ ਸਕਦੇ ਹੋ। ਮੈਂ ਇਹਨੂੰ ਗਲਗਲ ਦਾ ਯਾਨੀ ਕਿ ਤੇਜ਼ਾਬ ਜਿਹੜਾ ਪੀਰ ਮਹੱਲ ਟੋਭਾ ਟੇਕ ਸਿੰਘ ਤੋਂ ਮੈਂ ਗਲਗਲ ਜਿਹੜੀ ਉਹ ਮੰਗਵਾ ਕੇ ਉਹਦੇ ਅੰਦਰ ਹੀਰੇ ਰੱਖੇ, ਅਬਰਕ ਕੁਸ਼ਤਾ ਕੀਤਾ, ਅਬਰਕ ਦੇ ਅੰਦਰ ਰੱਖ ਕੇ ਭੱਠੀ ਵਿੱਚ ਰੱਖ ਕੇ
ਬੜੇ ਮੈਂ ਇਹਦੇ ਨਾਲ ਉੱਚ ਸਿਆਪੇ ਕੀਤੇ, ਲੇਕਿਨ ਇਹ ਕੁਛ ਨਹੀਂ ਹੁੰਦਾ। ਅਲਬੱਤਾ ਹੁਣ ਇਹਦੇ 'ਤੇ ਮੈਨੂੰ ਸਬਕਤ ਹਾਸਲ ਹੈ ਕਿ ਹੀਰਾ ਜਿਹੜਾ ਮੈਂ ਉਹਦਾ ਮੈਟਲ ਹੀ ਬਾਹਰ ਕੱਢ ਲੈਣਾ, ਇਹਦਾ ਪੱਥਰ ਵੱਖਰਾ ਕਰ ਦੇਣਾ ਅਤੇ ਪਿੱਛੇ ਫਿਰ ਕੁਛਤਾ ਕਿਵੇਂ ਨਹੀਂ ਸੋਣਾ। ਹੁਣ ਆਉਂਦੇ ਹਾਂ ਨੁਕਸੇ ਦੀ ਤਰਫ। ਸਭ ਤੋਂ ਪਹਿਲਾਂ ਮੈਂ ਇਹ ਕੰਮ ਕਰਨਾ, ਮੈਂ ਲੈ ਕੇ ਆਉਣਾ ਯਾਨੀ ਕਿ ਡੀਗਰ ਵੇਲੇ ਨਾਲ ਬਾਗ ਦੇ ਅੰਦਰੋਂ ਫੁੱਲ ਤੜਵਾਨਾ ਵਾਂ ਗੁਲਾਬ ਦੇ, ਜਿਨ੍ਹਾਂ ਦੇ ਉੱਤੇ ਤਰੇਲ ਵੀ ਨਾ ਪਈ ਹੋਏ। ਉਹ ਫੁੱਲ ਲਿਆ ਕੇ ਉਹਨਾਂ ਨੂੰ ਕੁੱਟ ਕੇ ਖਾਲਸ ਉਹਨਾਂ ਦਾ ਪਾਣੀ ਜਿਹੜਾ ਉਹ ਮੈਂ ਕੱਢਣਾ ਵਾਂ। ਕੱਢ ਕੇ ਅਤੇ ਫਿਰ ਮੈਂ ਉਸ ਪਾਣੀ ਦਾ ਯਾਨੀ ਕਿ ਉਸ ਪਾਣੀ ਨੂੰ ਕਰਨਾ ਮੁਕੱਤਰ, ਰੂੰ ਦੀ ਬੱਤੀ ਲਾ ਕੇ ਉਹਦਾ ਮੈਂ ਲੈ ਲੈਣਾ ਮੁਕੱਤਰ ਸ਼ੁਦਾ ਪਾਣੀ ਜਿਹੜਾ ਉਹ ਮੈਂ ਪਾਉਂਦਾ ਵਾਂ ਸ਼ੀਸ਼ੇ ਦੇ ਰਟਾਇਡ ਦੇ ਅੰਦਰ। ਹੁਣ ਉਹਨੂੰ ਮੈਂ ਕਰਨਾ ਕਸ਼ੀਦ। ਜਿਸ ਵੇਲੇ ਯਾਨੀ ਕਿ ਮੈਂ ਪਾਣੀ ਪਾਉਂਦਾ ਰਟਾਇਡ ਦੇ ਅੰਦਰ, ਜਿੰਨਾ ਮੇਰਾ ਪਾਣੀ ਆ ਜੇ, ਮੇਰੇ ਕੋਲ ਜਿਹੜਾ ਰਟਾਇਡ ਹੈ ਉਹ 1.5 ਪਾ ਯਾਨੀ ਕਿ ਉਹਦੇ ਵਿੱਚ ਪਾਣੀ ਆ ਜਾਂਦਾ ਬੋਤਲ ਦੇ ਅੰਦਰ। ਜਿਸ ਵੇਲੇ ਪਾਣੀ ਅੱਧਾ ਰਹਿ ਜੇ ਅਤੇ ਅੱਧਾ ਅਰਕ ਕਸ਼ੀਦ ਹੋ ਜੇ, ਅਤੇ ਮੈਂ ਉਹ ਜਿਹੜਾ ਪਾਣੀ ਰਹਿ ਗਿਆ ਅੱਧਾ, ਉਹਨੂੰ ਮੈਂ ਜ਼ਾਇਲ ਕਰ ਦਿੰਦਾ। ਯਾਨੀ ਜਿੰਨਾ ਮੇਰਾ ਪਾਣੀ ਨਿਕਲਿਆ ਹੋਏ ਗੁਲਾਬ ਦਾ, ਉਹਦਾ ਅੱਧੇ ਦਾ ਮੈਂ ਅਰਕ ਬਣਾ ਲੈਂਦਾ, ਅੱਧਾ ਜਿਹੜਾ ਉਹ ਜ਼ਾਇਲ ਹੋ ਜਾਂਦਾ। ਹੁਣ ਫਿਰ ਇਹਨੂੰ ਮੈਂ ਦੁਬਾਰਾ ਰਟਾਇਡ ਦੇ ਅੰਦਰ ਪਾਉਂਦਾ ਵਾਂ, ਜਿੰਨਾ ਮੈਂ ਅਰਕ ਕਸ਼ੀਦ ਕੀਤਾ ਹੁੰਦਾ। ਜਦੋਂ ਉਹਦੇ ਵਿੱਚੋਂ ਅੱਧਾ ਰਹਿ ਜੇ, ਫਿਰ ਮੈਂ ਉਹਨੂੰ ਪਿਛਲੇ ਨੂੰ ਜ਼ਾਇਆ ਕਰ ਦੇਣਾ। ਐਸੇ ਰੋਕੀ ਕਰਦਿਆਂ ਮੈਂ 7 ਆਤਸ਼ਾਹ ਅਰਕ ਬਣਾਉਣਾ। 7 ਆਤਸ਼ਾਹ ਅਰਕ ਹੈ ਨਾ ਜਿਹੜਾ ਗੁਲਾਬ, ਅਗਰ 10 ਕਿਲੋ ਮੈਂ ਲਿਆਂਦੇ ਹੋਣ ਅਤੇ ਮੇਰਾ ਜਿਹੜਾ ਅਰਕ ਹੈ ਨਾ ਉਹ ਕੋਈ 1.5 ਲੀਟਰ ਜਿਹੜਾ ਨਾ ਮੁਕੱਤਰ ਬਣ ਜਾਂਦਾ। ਯਾਨੀ ਕਿ 7 ਆਤਸ਼ਾਹ 1.5 ਲੀਟਰ 1.5 ਕਿਲੋ ਮੇਰਾ ਅਰਕ ਜਿਹੜਾ ਨਾ ਉਹ ਕਸ਼ੀਦ ਹੋ ਜਾਂਦਾ। ਹੁਣ ਉਹ ਅਰਕ ਜਿਹੜਾ ਮੈਂ ਉਹਦੇ ਵਿੱਚ ਸਭ ਤੋਂ ਪਹਿਲਾਂ ਵਲੈਤੀ ਤੇਜ਼ਾਬ ਸ਼ੋਰੇ ਦਾ ਜਿਹੜਾ ਉਹਦੇ ਅੰਦਰ ਹੀਰੇ ਨੂੰ ਮੈਂ 21 ਬੁਝਾਓ ਦੇਣਾ, ਸੁਰਖ ਲਾਲ ਕਰਕੇ, ਕਠਿਆਲੀ ਨੂੰ ਸੁਰਖ ਲਾਲ ਕਰਕੇ, ਯਾਨੀ ਕਿ ਪੱਥਰੀ ਕੋਲੇ ਦੇ ਵਿੱਚ ਹੀਰੇ ਨੂੰ ਰੱਖ ਕੇ ਉਹਨੂੰ ਸੁਰਖ ਲਾਲ ਕਰਨਾ। ਸੁਰਖ ਲਾਲ ਕਰਕੇ ਅਤੇ ਇੱਕ ਬਰਤਨ ਦੇ ਵਿੱਚ ਮੈਂ ਪਾਇਆ ਹੁੰਦਾ ਤੇਜ਼ਾਬ, ਉਹਦੇ ਅੰਦਰ ਮੈਂ ਕਠਿਆਲੀ ਨੂੰ ਡਿਪ ਕਰ ਦੇਣਾ। ਜਿਸ ਵੇਲੇ ਮੈਂ ਡਿਪ ਕਰ ਦੇਣਾ ਅਤੇ ਹੀਰੇ ਨੂੰ ਉਹਦੇ ਵਿੱਚ ਆ ਜਾਂਦਾ ਬੁਝਾ। ਹੁਣ ਮੈਂ ਕਠਿਆਲੀ ਨਵੀਂ ਲੈਣਾ, ਯਾਨੀ ਕਿ ਉਹ ਜਿਹੜੀ ਤੇਜ਼ਾਬ ਦੇ ਅੰਦਰ ਡਿਪ ਕੀਤੀ ਕਠਿਆਲੀ ਉਹ ਮੈਂ ਨਹੀਂ ਰੱਖਦਾ, ਨਵੀਂ ਕਠਿਆਲੀ ਲੈ ਕੇ ਉਹਦੇ ਵਿੱਚ ਮੈਂ ਹੀਰੇ ਨੂੰ ਕਨਵਰਟ ਕਰਨਾ। ਤੇਜ਼ਾਬ ਦੇ ਅੰਦਰ ਕਠਿਆਲੀ ਨੂੰ ਡਿਪ ਕਰ ਦੇਣਾ, ਹੀਰੇ ਨੂੰ ਬੁਝਾ ਆ ਜਾਂਦਾ। ਫਿਰ ਉਸੇ ਹੀਰੇ ਨੂੰ ਮੈਂ ਦੂਸਰੀ ਕਠਿਆਲੀ ਦੇ ਅੰਦਰ ਕਨਵਰਟ ਕਰ ਦੇਣਾ, ਉਹਨੂੰ ਕੋਲਿਆਂ ਦੇ ਅੰਦਰ ਰੱਖ ਕੇ ਅਤੇ ਮੈਂ ਯਾਨੀ ਫਿਰ ਜਿਸ ਵੇਲੇ ਚੰਗੇ ਤਰੀਕੇ ਨਾਲ ਅੱਛੇ ਤਰੀਕੇ ਨਾਲ ਸੁਰਖ ਲਾਲ ਹੋ ਜਾਂਦਾ, 3 ਕਿਲੋ ਪ੍ਰੈਸ਼ਰ ਪਿੱਛੇ ਹੁੰਦਾ ਬਰਨਲ ਦਾ, ਅਤੇ ਜਿਸ ਵੇਲੇ ਚੰਗੇ ਤਰੀਕੇ ਨਾਲ ਸੁਰਖ ਲਾਲ ਹੋ ਜਾਂਦਾ, ਐਸੇ ਰੋਕੀ ਮੈਂ ਜਿਹੜਾ ਨਾ ਉਹਦੇ 21 ਬੁਝਾ ਕਰਨਾ ਵਾ। 21 ਬੁਝਾ ਸ਼ੋਰੇ ਦੇ ਅੰਦਰ ਮੈਂ ਦੇ ਦਿੰਦਾ। ਅਤੇ ਅੱਜ ਦੀ ਤਰੀਕ ਵਿੱਚ ਮੇਰੇ ਵੱਲੋਂ ਇੰਨਾ ਹੀ ਹੈ। ਅੱਲਾਹ ਪਾਕ ਨੇ ਕਰਮ ਅਤੇ ਫਜ਼ਲ ਫਰਮਾਇਆ ਅਤੇ ਦੂਸਰੀ ਕਿਸ਼ਤ ਵਿੱਚ ਜਿਹੜਾ ਨਾ ਉਹ ਅਗਲਾ ਹਿੱਸਾ ਕੰਪਲੀਟ ਤੁਹਾਡਾ ਕਰ ਦਿਆਂਗਾ। ਵੀਡੀਓ ਤਕਰੀਬਨ 10-11 ਮਿੰਟ ਦੀ ਰਿਕਾਰਡ ਜਿਹੜੀ ਉਹ ਹੋ ਗਈ ਹੈ। ਮੈਂ ਜਿਹੜੀਆਂ ਪਹਿਲੀਆਂ ਗੱਲਾਂ ਕੀਤੀਆਂ ਨੇ ਉਹ ਵੀ ਇਸ ਨੁਕਸੇ ਦੇ ਮੁਤਲਕ ਹੀ ਹੈਗੀਆਂ ਨੇ, ਅਤੇ ਅੱਲਾਹ ਪਾਕ ਕਰਮ ਕਰੇਗਾ, ਜੇ ਕੋਈ ਮੇਰਾ ਭਰਾ ਕਰੇਗਾ ਅਤੇ ਉਹਦਾ ਮੈਟਲ ਇਨਸ਼ਾਅੱਲਾ ਬਾਹਰ ਨਿਕਲੇਗਾ ਔਰ ਉਹ ਹੀਰੇ ਦਾ ਕੁਸ਼ਤਾ ਆਪਣੀ ਮਨ ਤਮੰਨਾ ਬਣਾਉਣ ਦੇ ਮੁਤਾਬਕ ਕਾਮਯਾਬ ਇਨਸ਼ਾਅੱਲਾ ਹੋਏਗਾ। ਇਹਦੇ ਵਿੱਚ ਖੱਜਲ ਖਵਾਰੀ ਜਿਹੜੀ ਹੈ ਉਹ ਮੈਂ ਕੀਤੀ ਹੈ, ਤੁਹਾਨੂੰ ਨਹੀਂ ਕਰਨੀ ਪੈਣ ਲੱਗੀ। ਅਖਲਾਕ ਅਤੇ ਇਲਮ ਫੈਲਾਉਣ ਦਾ ਤਕਾਜ਼ਾ ਵੀ ਇਹ ਹੀ ਹੁੰਦਾ ਕਿ ਅਗਰਚੇ ਇਨਸਾਨ ਕੋਈ ਕਿਸੇ ਨੂੰ ਇਲਮ ਅਤਾ ਕਰਦਾ ਅਤੇ ਫਿਰ ਨਾ ਉਹਦੇ ਅੰਦਰ ਕੋਈ ਚਾਬੀ ਰੱਖੇ ਅਤੇ ਨਾ ਉਹਦੇ ਅੰਦਰ ਕੋਈ ਦੂਸਰੀ ਤੀਸਰੀ ਚੀਜ਼ ਰੱਖੇ। ਇਹਦਾ ਅੱਗੇ ਜਾ ਕੇ ਹਿਸਾਬ ਦੇਣਾ ਪੈਣਾ। ਅਗਰ ਮੇਰੀ ਵਜ੍ਹਾ ਨਾਲ ਤੁਹਾਡਾ ਕੋਈ ਨੁਕਸਾਨ ਹੋ ਜਾਂਦਾ ਨਾ, ਅਤੇ ਉਹ ਮੈਂ ਹੀ ਇਸ ਚੀਜ਼ ਦਾ ਜ਼ਿੰਮੇਦਾਰ ਹੈਗਾ ਵਾਂ, ਕਿਉਂ ਮੈਂ ਗਲਤ ਬਿਆਨੀ ਕੀਤੀ ਅਤੇ ਤੁਹਾਡਾ ਨੁਕਸਾਨ ਹੋਇਆ। ਹਾਂ, ਅਗਰਚੇ ਕਿਸੇ ਦਾ ਤਜਰਬਾ ਘੱਟ ਹੈ ਅਤੇ ਉਸ ਚੀਜ਼ ਦਾ ਮੈਂ ਮਸੂਲ ਨਹੀਂ ਹੈ। ਜਿਹੜੇ ਮੇਰੇ ਭਰਾ ਤਜਰਬਾ ਗੋ ਹੈਗੇ ਨੇ, ਜਿਨ੍ਹਾਂ ਨੇ ਉਮਰਾਂ ਗੁਜ਼ਾਰ ਛੜੀਆਂ ਨੇ ਇਸ ਕੰਮ ਦੇ ਵਿੱਚ, ਉਹਨਾਂ ਦੇ ਕੋਲ ਹੱਤਲ ਵਸਤ ਗਲਤੀ ਦਾ ਇਮਕਾਨ ਕੋਈ ਨਹੀਂ ਹੁੰਦਾ, ਕਿਉਂਕਿ ਉਹਨਾਂ ਬੜੇ ਧੱਕੇ ਖਾਧੇ ਹੁੰਦੇ ਨੇ। ਅਤੇ ਉਹਦੀ ਵਜ੍ਹਾ ਨਾਲ ਅਗਰਚੇ ਤਜਰਬਾਸ਼ੁਦਾ ਆਦਮੀ ਇਹੋ ਜਿਹੀ ਚੀਜ਼ 'ਤੇ ਸਬਜੈਕਟ ਕਰਦਾ ਅਤੇ ਫਿਰ ਵੀ ਉਹ ਨਾਕਾਮ ਹੁੰਦਾ, ਅਤੇ ਫਿਰ ਜਿਹੜਾ ਬੰਦਾ ਨੁਕਸਾ ਦੱਸਣ ਵਾਲਾ ਫਿਰ ਉਹਦੇ ਅੰਦਰ ਗਲਤੀ ਹੈਗੀ ਹੈ ਅਤੇ ਤਾਂ ਉਹ ਨਾਕਾਮ ਹੁੰਦਾ। ਉਹਨੂੰ ਫਿਰ ਆਪਣੇ ਆਪ ਨੂੰ ਨਹੀਂ ਕੋਸਣਾ ਚਾਹੀਦਾ, ਫਿਰ ਉਹ ਦੱਸਣ ਵਾਲੇ ਬੰਦੇ ਦੇ ਅੰਦਰ ਹੀ ਗਲਤੀ, ਉਹਨੇ ਸਹੀ ਦੱਸਿਆ ਨਹੀਂ ਹੈ। ਮੇਰੀ ਤਰਫੋਂ ਅੱਜ ਦੀ ਯਾਨੀ ਕਿ ਵੀਡੀਓ ਦੇ ਵਿੱਚ ਇੰਨਾ ਹੀ ਹੈ। ਸਲਾਮ ਕਹਿੰਦਾ ਵਾਂ। ਅੱਲਾਹ ਪਾਕ ਤੁਹਾਨੂੰ ਖੈਰ ਵਫੀਅਤ ਨਾ ਰੱਖੇ, ਰਾਜ਼ੀ ਅਤੇ ਖੁਸ਼ੀ ਰਹੋ। ਠੀਕ ਹੈ, ਅੱਲਾਹ ਹਾਫਿਜ਼।